ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਤ ਅਤਰ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੇ ਦਰਸ਼ਨ, ਦਸੇ ਪਾਤਸ਼ਾਹੀਆਂ ਦੇ ਦਰਸ਼ਨਾਂ ਤੋਂ ਬਾਅਦ ਸ਼ੁਕਰ ਅਤੇ ਹਜ਼ੂਰੀ ਦੀ ਰੰਗਣ ਵਿੱਚ ਰੱਤੇ ਹੋਏ ਸੀ। ਇੰਨੇ ਵਿੱਚ ਹੀ ਉਹ ਹਵੇਲੀਆਂ ਪਹੁੰਚ ਗਏ। ਸੰਤ ਜੀ ਮਹਾਰਾਜ ਟਾਂਗੇ ਤੋਂ ਉਤਰੇ ਅਤੇ ਇੱਥੋਂ ਉਸੇ ਵਕਤ ਸ਼ਾਹ ਦੀ ਢੇਰੀ ਦੇ ਰਸਤੇ ਪੰਜੇ ਸਾਹਿਬ ਵੱਲ ਤੁਰ ਪਏ। ਉਹਨਾਂ ਦੇ ਕਦਮਾਂ ਦੀ ਤਾਰ ਗੁਰੂ ਮੰਤਰ ਨਾਲ ਜੁੜੀ ਹੋਈ ਸੀ। ਦਿਨ ਡੁੱਬਣ ਤੋਂ ਖਾਸਾ ਚਿਰ ਪਹਿਲਾਂ ਸ਼ਾਹ ਦੀ ਢੇਰੀ ਅੱਪੜ ਗਏ ਅਤੇ ਸਿੱਧੇ ਬਾਜ਼ਾਰ ਵਿੱਚੋਂ ਤੁਰੇ ਚਲੇ ਗਏ। ਲੰਘਦਿਆਂ ਲੰਘਦਿਆਂ ਕੁਦਰਤੀ ਇੱਕ ਪ੍ਰੇਮੀ ਭਾਈ ਗੁਰਮੁਖ ਸਿੰਘ ਜੀ, ਜੋ ਆਪਣੀ ਦੁਕਾਨ ਦੇ ਸਾਹਮਣੇ ਮੰਜੀ ਢਾ ਕੇ ਬੈਠਾ ਹੋਇਆ ਸੀ, ਤੇ ਸੰਤ ਜੀ ਮਹਾਰਾਜ ਦੀ ਨਜ਼ਰ ਪਈ। ਪ੍ਰੇਮੀ ਦਾ ਸੋਹਣਾ ਚਿੱਟਾ ਦਾੜਾ ਸੀ, ਚਿਹਰਾ ਖੇੜੇ ਵਿੱਚ ਸੀ ਅਤੇ ਨੇਤਰਾਂ ਵਿੱਚ ਇੱਕ ਖਾਸ ਪ੍ਰੇਮ ਦੀ ਰੰਗਨ ਸੀ। ਮਨ ਵਿੱਚ ਖਿਆਲ ਆਇਆ ਕਿ ਇਸ ਪਾਸੋਂ ਪੰਜੇ ਸਾਹਿਬ ਦਾ ਰਸਤਾ ਪੁੱਛ ਲਈਏ। ਸੰਤ ਜੀ ਇਸ ਵੱਲ ਅਜੇ ਜਰਾ ਕੁ ਵਧੇ ਹੀ ਸਨ ਕਿ ਭਾਈ ਗੁਰਮੁਖ ਸਿੰਘ ਜੀ ਨੇ ਬੜੇ ਪ੍ਰੇਮ ਭਰੇ ਅਦਬ ਨਾਲ ਬੇਨਤੀ ਕੀਤੀ, ਆਓ ਸੰਤ ਜੀ, ਬੈਠ ਜਾਓ, ਅਤੇ ਆਪਣੀ ਮੰਜੀ ਦੇ ਸਿਰਹਾਣੇ ਵੱਲ ਇਸ਼ਾਰਾ ਕੀਤਾ। ਇਸ ਤੇ ਪ੍ਰੇਮ ਦੀ ਖਿੱਚ ਕੁਦਰਤੀ ਕੁਝ ਐਸੀ ਪਈ ਕਿ ਭਾਵੇਂ ਸੰਤ ਜੀ ਮਹਾਰਾਜ ਦਾ ਸੰਕਲਪ ਸਿੱਧਾ ਪੰਜੇ ਸਾਹਿਬ ਵੱਲ ਤੁਰੇ ਜਾਣ ਦਾ ਹੀ ਸੀ, ਪ੍ਰੇਮ ਵਸ ਹੋਏ ਇਸ ਦੀ ਮੰਜੀ ਦੀ ਪਵਾਂਦੀ ਬੈਠ ਗਏ। ਪ੍ਰੇਮੀ ਨੇ ਬੇਨਤੀ ਕੀਤੀ, ਸੰਤ ਜੀ, ਸਾਡੇ ਪਾਸ ਠਹਿਰੋ। ਸੰਤਾਂ ਨੇ ਆਖਿਆ, ਸਾਡਾ ਸੰਕਲਪ ਪੰਜੇ ਸਾਹਿਬ ਜਾਵਣ ਦਾ ਹੈ। ਸੁਭਾਵਕ ਹੀ ਪ੍ਰੇਮੀ ਦੇ ਸਰਲ ਸ਼ੁੱਧ ਹਿਰਦੇ ਵਿੱਚੋਂ ਨਿਕਲਿਆ, ਸਾਡੇ ਗਰੀਬਾਂ ਦੀ ਰੁੱਖੀ ਸੁੱਕੀ ਕੌਣ ਕਬੂਲਦਾ ਹੈ। ਅੱਜ ਕੱਲ੍ਹ ਦੇ ਸਾਧ ਤਾਂ ਜਿੱਥੇ ਕੜਾਹ ਪ੍ਰਸ਼ਾਦ ਦੇ ਗੱਫੇ ਮਿਲਣ ਉੱਥੇ ਜਾਂਦੇ ਹਨ। ਇਹ ਬਚਨ ਕੋਈ ਐਸਾ ਭੋਲੇ ਭਾਏ ਅਤੇ ਪ੍ਰੇਮ ਵਿੱਚ ਨਿਕਲਿਆ ਕਿ ਸੰਤ ਜੀ ਮਹਾਰਾਜ ਦਾ ਪੰਜੇ ਸਾਹਿਬ ਜਾਣ ਦਾ ਸੰਕਲਪ ਇਸ ਗੁਰਮੁਖ ਦੀ ਭਾਵਨਾ ਵਿੱਚ ਲੈ ਹੋ ਗਿਆ। ਜਵਾਬ ਦਿੱਤਾ, ਚੰਗਾ ਭਾਈ, ਅਸੀਂ ਤੁਹਾਡੇ ਪਾਸ ਹੀ ਠਹਿਰਾਂਗੇ। ਇਹ ਸੁਣ ਕੇ ਭਾਈ ਗੁਰਮੁਖ ਸਿੰਘ ਬੜਾ ਗਦਗਦ ਹੋਇਆ। ਉਸੇ ਵਕਤ ਵੱਡੇ ਪੁੱਤਰ ਸੁੰਦਰ ਸਿੰਘ ਜੀ ਨੂੰ ਹੱਟੀ ਤੇ ਬਿਠਾ ਸੰਤ ਜੀ ਮਹਾਰਾਜ ਨੂੰ ਆਪਣੇ ਘਰ ਲੈ ਗਿਆ। ਘਰ ਵੜਦਿਆਂ ਹੀ ਸੁਪਤਨੀ ਰਾਧਾ ਨਜ਼ਰ ਆਈ। ਖਿੜੇ ਮੱਥੇ ਉਸਨੂੰ ਆਖਿਆ, ਭਾਗਾਂ ਵਾਲੀਏ, ਅਸਾਂ ਤੇਰੇ ਘਰ ਇੱਕ ਗੁਰਮੁਖ ਸੰਤ ਲਿਆਂਦੇ ਹਨ, ਇਹ ਆਪਣੇ ਪਾਸ ਠਹਿਰਨਗੇ। ਮਾਈ ਰਾਧਾ ਨੇ ਬੜੇ ਪ੍ਰੇਮ ਨਾਲ ਉੱਤਰ ਦਿੱਤਾ, ਧੰਨ ਭਾਗ। ਇਸ ਸੁਭਾਗ ਜੋੜੀ ਦੇ ਘਰ ਤੇ ਸਤਿਗੁਰ ਦੀ ਬੜੀ ਮਿਹਰ ਸੀ। ਘਰ ਵਿੱਚ ਸਭ ਤੋਂ ਚੰਗੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਤੇ ਸਦਾ ਆਏ ਗਏ ਸਾਧੂ ਦੀ ਸੇਵਾ ਬਣੀ ਰਹਿੰਦੀ ਸੀ। ਕਰਤਾਰ ਉਂਝ ਵੀ ਇਹਨਾਂ ਤੇ ਤੁੱਠਾ ਸੀ। ਜੋ ਦੋ ਆਗਿਆਕਾਰ ਸਪੁੱਤਰ ਭਾਈ ਸੁੰਦਰ ਸਿੰਘ ਜੀ ਅਤੇ ਭਾਈ ਜੀਵਨ ਸਿੰਘ ਬਖਸ਼ੇ ਸਨ ਅਤੇ ਹੋਰ ਦੁਨੀਆ ਦੇ ਕਿਸੇ ਪਦਾਰਥ ਦੀ ਤੋੜ ਨਹੀਂ ਸੀ। ਇਸ ਸਤਸੰਗੀ ਅਤੇ ਆਗਿਆਕਾਰ ਪਰਿਵਾਰ ਵਿੱਚ ਸੰਤ ਜੀ ਮਹਾਰਾਜ ਦਾ ਚਿੱਤ ਲੱਗ ਗਿਆ ਅਤੇ ਵੱਡੇ ਪੁੱਤਰ ਸੁੰਦਰ ਸਿੰਘ ਨਾਲ ਇਹਨਾਂ ਦਾ ਖਾਸ ਪ੍ਰੇਮ ਹੋ ਗਿਆ। ਪਰ ਸਭ ਤੋਂ ਵੱਧ ਜਿਹੜੀ ਗੱਲ ਸੰਤ ਜੀ ਮਹਾਰਾਜ ਦੇ ਮਨ ਲੱਗੀ, ਉਹ ਸਤਿਗੁਰ ਸੱਚੇ ਪਾਤਸ਼ਾਹ ਦਾ ਇਕਾਂਤ ਅਤੇ ਰਸ ਭਰਿਆ ਪ੍ਰਕਾਸ਼ ਦਾ ਕਮਰਾ ਸੀ। ਸੰਤ ਜੀ ਦਿਨ ਰਾਤ ਸਤਿਗੁਰੂ ਦੇ ਪਾਠ ਵਿੱਚ ਲੱਗੇ ਰਹਿੰਦੇ ਅਤੇ ਸਿਰਫ ਸ਼ੌਚ ਇਸ਼ਨਾਨ ਦੇ ਤੇ ਪ੍ਰਸ਼ਾਦ ਦੇ ਸਮੇਂ ਪਰ ਉੱਠਦੇ। ਕਦੇ ਲੋੜ ਪੈਂਦੀ ਤਾਂ ਮਹਾਰਾਜ ਕਮਰੇ ਵਿੱਚ ਹੀ ਘੜੀ ਦੋ ਘੜੀ ਟੇਢੇ ਹੋ ਜਾਂਦੇ। ਮਾਈ ਰਾਧਾ ਜੀ ਦਾ ਵੀ ਕੁਦਰਤੀ ਸੰਤ ਜੀ ਮਹਾਰਾਜ ਨਾਲ ਆਪਣੇ ਬੱਚਿਆਂ ਤੋਂ ਵੀ ਵਧੇਕ ਪ੍ਰੇਮ ਹੋ ਗਿਆ ਅਤੇ ਹਰ ਵਕਤ ਉਹਨਾਂ ਦਾ ਖਿਆਲ ਰੱਖਣ ਲੱਗ ਪਈ। ਸੰਤ ਜੀ ਮਹਾਰਾਜ ਬਹੁਤ ਘੱਟ ਬੋਲਦੇ ਅਤੇ ਆਪਣੇ ਮੂੰਹੋਂ ਕਿਸੇ ਚੀਜ਼ ਦੀ ਵੀ ਮੰਗ ਨਾ ਕਰਦੇ। ਇੱਥੋਂ ਤੀਕਰ ਕਿ ਜਦ ਪਾਠ ਕਰਦਿਆਂ ਇਹਨਾਂ ਦਾ ਸੀਸ ਸਖਤ ਦਰਦ ਕਰਨ ਲੱਗ ਪੈਂਦਾ ਤਾਂ ਵੀ ਚੁੱਪ ਰਹਿੰਦੇ। ਪਰ ਮਾਤਾ ਰਾਧਾ ਦੇ ਜਿਗਰੀ ਪ੍ਰੇਮ ਨੇ ਸਿਰ ਦਰਦ ਦੀ ਇਹ ਨਿਸ਼ਾਨੀ ਲੱਭ ਲਈ। ਜਦ ਕਦੀ ਸੰਤ ਜੀ ਮਹਾਰਾਜ ਦਾ ਸੀਸ ਸਖਤ ਦੁਖਣ ਲੱਗ ਪੈਂਦਾ, ਤਦ ਇਹਨਾਂ ਦਾ ਚਿਹਰਾ ਸ਼ਾਮ ਰੰਗ ਹੋ ਜਾਂਦਾ। ਮਾਈ ਰਾਧਾ ਉਸ ਵੇਲੇ ਪੁੱਤਰ ਵਾਂਗੂ ਬਾਹੋਂ ਪਕੜ ਲੈਂਦੇ ਅਤੇ ਕੇਸੀ ਇਸ਼ਨਾਨ ਕਰਵਾ ਦਿੰਦੇ। ਇਸ ਸਮੇਂ ਸੰਤ ਜੀ ਦੇ ਕੇਸ਼ ਬੜੇ ਭਾਰੀ ਸਨ। ਖੜੇ ਹੋ ਕੇ ਇਸ਼ਨਾਨ ਕਰਦੇ ਫਿਰ ਵੀ ਕੇਸ ਧਰਤੀ ਨਾਲ ਲੱਗ ਜਾਂਦੇ। ਸਿਆਲ ਦੀ ਰਾਤ ਵਿੱਚ ਤਾਂ ਸੰਤ ਜੀ ਮਹਾਰਾਜ ਕਈ ਵਾਰੀ ਸਾਰੀ ਰਾਤ ਪਾਠ ਕਰੀ ਜਾਂਦੇ ਅਤੇ ਪ੍ਰੇਮ ਵਿੱਚ ਇੰਨੇ ਮਸਤ ਹੋ ਜਾਂਦੇ ਕਿ ਭੂਰੀ ਉੱਤੋਂ ਲੈ ਜਾਂਦੀ
ਅਤੇ ਪੋਹ ਮਾਘ ਦੀ ਠੰਡ ਵਿੱਚ ਨਗਨ ਬੈਠੇ ਪਾਠ ਕਰੀ ਜਾਂਦੇ। ਮਾਈ ਰਾਧਾ ਇਹਨਾਂ ਦਾ ਬੜਾ ਹੀ ਖਿਆਲ ਰੱਖਦੀ ਅਤੇ ਰਾਤ ਨੂੰ ਕਈ ਵਾਰ ਉੱਠ ਕੇ ਭੂਰੀ ਉੱਤੇ ਦੇ ਆਉਂਦੀ। ਇੱਕ ਵਾਰੀ ਮਾਈ ਜੀ ਦੇ ਚਿੱਤ ਵਿੱਚ ਖਿਆਲ ਆਇਆ ਕਿ ਭੂਰੀ ਤਾਂ ਰਾਤ ਵਿੱਚ ਕਈ ਵਾਰੀ ਉੱਤੇ ਦੇਈਦੀ ਹੈ, ਪਰ ਫਿਰ ਲੈ ਜਾਂਦੀ ਹੈ। ਇਹ ਗੱਲ ਸੋਚ ਕੇ ਮਾਤਾ ਰਾਧਾ ਨੇ ਖੱਦਰ ਦਾ ਲੰਮਾ ਚੋਲਾ ਸੀਤਾ ਅਤੇ ਜਦ ਰਾਤੀ ਸੰਤ ਜੀ ਪਾਠ ਕਰ ਰਹੇ ਸਨ, ਬੈਠਿਆਂ ਬੈਠਿਆਂ ਹੀ ਉਹਨਾਂ ਦੇ ਗਲ ਵਿੱਚ ਪਾ ਦਿੱਤਾ। ਜਦ ਸੰਤ ਜੀ ਮਹਾਰਾਜ ਅੰਮ੍ਰਿਤ ਵੇਲੇ ਪਾਠ ਕਰਕੇ ਉੱਠੇ ਤਾਂ ਮਾਤਾ ਜੀ ਨੂੰ ਆਖਿਆ, ਮਾਈ ਅੱਜ ਸਾਨੂੰ ਕੀ ਬਣਾ ਦਿੱਤਾ ਈ? ਇੱਕ ਦਿਨ ਮਾਈ ਰਾਧਾ ਨੇ ਇਹ ਖਿਆਲ ਕਰਕੇ ਕਿ ਹਰ ਵਕਤ ਪਾਠ ਕਰਦੇ ਹਨ, ਸੀਸ ਥੱਕ ਜਾਂਦਾ ਹੈ, ਸੰਤਾਂ ਦੀ ਥਾਲੀ ਵਿੱਚ ਮੱਖਣ ਰੱਖ ਦਿੱਤਾ। ਸੰਤਾਂ ਨੇ ਮਾਈ ਜੀ ਨੂੰ ਆਖਿਆ, ਮਾਈ ਜੀ ਸਾਡਾ ਬਚਨ ਰੁੱਖੀ ਸੁੱਖੀ ਖਾ ਕੇ ਰਹਿੰਦਾ ਹੈ, ਮੱਖਣ ਚੁੱਕ ਲਵੋ। ਮਾਈ ਜੀ ਨੇ ਬਚਨ ਮੰਨ ਕੇ ਮੱਖਣ ਤਾਂ ਚੁੱਕ ਲਿਆ, ਪਰ ਮਨ ਵਿੱਚ ਬੜਾ ਦਰਦ ਪੈਦਾ ਹੋਇਆ। ਇੰਨਾ ਪਾਠ ਕਰਦੇ ਹਨ ਪਰ ਪ੍ਰਸ਼ਾਦਾ ਟੱਬਰ ਦਾ ਹੀ ਛਕਦੇ ਹਨ। ਧੰਨ ਇਹ ਤੇ ਧੰਨ ਇਹਨਾਂ ਦੀ ਕਮਾਈ। ਮਾਤਾ ਜੀ ਦੀ ਹੋਰ ਤਾਂ ਕੋਈ ਵਾਹ ਨਾ ਲੱਗੀ। ਹੁਣ ਸਿਰ ਦਰਦ ਅਤੇ ਸ਼ਾਮ ਰੰਗ ਨੂੰ ਨਾ ਉਡੀਕਿਆ ਕਰਨ। ਦੂਜੇ ਚੌਥੇ ਦਿਨ ਬਾਹੋਂ ਫੜ ਕੇ ਕੇਸੀ ਇਸ਼ਨਾਨ ਕਰਾ ਦਿਆ ਕਰਨ ਅਤੇ ਤਾਲੂ ਖੂਬ ਮੱਖਣ ਨਾਲ ਚੱਸ ਦਿਆ ਕਰਨ। ਇੱਕ ਦਿਨ ਜਦ ਮਾਈ ਰਾਧਾ ਇਸ ਤਰ੍ਹਾਂ ਪ੍ਰੇਮ ਕਰ ਰਹੀ ਸੀ, ਤਦ ਸੰਤ ਜੀ ਮਹਾਰਾਜ ਨੇ ਆਖਿਆ, ਮਾਈ ਤੁਸੀਂ ਸਾਡੇ ਨਾਲ ਬੜਾ ਪ੍ਰੇਮ ਕਰਦੇ ਹੋ, ਕਿਧਰੇ ਤੁਸੀਂ ਸਾਡੇ ਪਿਛਲੇ ਜਨਮ ਦੀ ਮਾਤਾ ਹੀ ਨਾ ਹੋਵੋ। ਇਸ ਤਰ੍ਹਾਂ ਪ੍ਰੇਮ ਅਤੇ ਵਾਹਿਗੁਰੂ ਜੀ ਦੇ ਪਾਠ ਦੀ ਹਾਜ਼ਰੀ ਵਿੱਚ 9 ਮਹੀਨੇ ਗੁਜ਼ਰ ਗਏ। ਕਰਤਾਰ ਦੇ ਹੁਕਮ ਵਿੱਚ ਮਾਈ ਰਾਧਾ ਦੇ ਵੱਡੇ ਪੁੱਤਰ ਸੁੰਦਰ ਸਿੰਘ ਜੀ ਨੇ ਅਚਨਚੇਤ ਹੀ ਚੜ੍ਹਾਈ ਦੀ ਤਿਆਰੀ ਕਰ ਲਈ। ਸੰਤ ਜੀ ਮਹਾਰਾਜ ਦਾ ਇਸ ਨਾਲ ਬੜਾ ਪ੍ਰੇਮ ਸੀ। ਪਾਸ ਬੈਠੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹੇ ਅਤੇ ਇਹ ਵੀ ਨਾਮ ਰੰਗ ਵਿੱਚ ਮਸਤ ਰਿਹਾ। ਜਦ ਚਲਾਣੇ ਦਾ ਵਕਤ ਆਇਆ ਤਦ ਸੰਤ ਜੀ ਨੇ ਇਸ ਦਾ ਸੀਸ ਆਪਣੇ ਗੋਡੇ ਤੇ ਰੱਖ ਲਿਆ ਅਤੇ ਆਖਿਆ, ਪ੍ਰੇਮੀਆਂ ਬੋਲ ਵਾਹਿਗੁਰੂ। ਭਾਈ ਸੁੰਦਰ ਸਿੰਘ ਜੀ ਨੇ 3 ਵਾਰੀ ਵਾਹਿਗੁਰੂ 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 ਆਖਿਆ ਅਤੇ ਸਦਾ ਲਈ ਅਕਾਲ ਦੇ ਚਰਨਾਂ ਵਿੱਚ ਅਭੇਦ ਹੋ ਗਿਆ। ਸੰਸਕਾਰ ਦੇ ਮਗਰੋਂ ਸੰਤ ਜੀ ਮਹਾਰਾਜ ਨੇ ਆਪਣੇ ਮਿੱਤਰ ਦੇ ਨਿਮਿਤ ਆਪ ਪਾਠ ਰੱਖਿਆ ਅਤੇ ਸਾਰਾ ਪਾਠ ਆਪ ਹੀ ਕੀਤਾ। 10ਵੇਂ ਦਿਨ ਭੋਗ ਪਿਆ, ਅਤੁੱਟ ਲੰਗਰ ਵਰਤਿਆ, ਕੜਾਹ ਪ੍ਰਸ਼ਾਦ ਦੇ ਕੜਾਹੇ ਤਿਆਰ ਕਰਕੇ ਸਾਰਾ ਦਿਨ ਸਾਧ ਸੰਗਤ ਅਤੇ ਗਰੀਬ ਗੁਰਬੇ ਨੂੰ ਛਕਾਇਆ। ਸੰਤ ਜੀ ਮਹਾਰਾਜ ਸਾਰਾ ਦਿਨ ਆਪਣੇ ਮਿੱਤਰ ਦੀ ਅਖੀਰੀ ਟਹਿਲ ਵਿੱਚ ਹਾਜ਼ਰ ਰਹੇ ਅਤੇ ਮਾਈ ਭਾਈ ਨੂੰ ਪ੍ਰਸ਼ਾਦ ਵਰਤਾਉਂਦੇ ਰਹੇ। ਰਾਤ ਦੇ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਜਾ ਬਰਾਜੇ ਅਤੇ ਅੰਮ੍ਰਿਤ ਵੇਲੇ ਅਸ਼ੋਭ ਹੀ ਪੂਰੀ ਮੋਢੇ ਤੇ ਰੱਖ ਕੇ ਚਲੇ ਗਏ। ਐਬਟਾਬਾਦ ਤੋਂ ਪੰਜਾ ਸਾਹਿਬ ਜਾਂਦੇ ਜਾਂਦੇ ਕੁਦਰਤ ਨੇ ਸੰਤਾਂ ਨੂੰ ਸ਼ਾਹ ਦੀ ਢੇਰੀ ਅਟਕਾ ਲਿਆ। ਇੱਥੇ ਕਰਤਾਰ ਨੇ ਪ੍ਰੇਮ ਅਤੇ ਗੁਰਬਾਣੀ ਦੇ ਪਾਠ ਦਾ 9 ਮਹੀਨੇ ਇੱਕ ਅਦੁੱਤੀ ਚੱਕਰ ਚਲਾਇਆ। ਅਚੇਤ ਹੀ ਭਾਈ ਸੁੰਦਰ ਸਿੰਘ ਜੀ ਦੇ ਚਲਾਣੇ ਨੇ ਇਸ ਅਤੁੱਟ ਲਹਿਰ ਵਿੱਚ ਠੋਕਰ ਮਾਰ ਦਿੱਤੀ। ਚਿੱਤ ਭਾਵੇਂ ਕਈ ਵਾਰੀ ਅੱਗੇ ਵੀ ਉਪਰਾਮ ਹੋ ਜਾਂਦਾ ਅਤੇ ਸੰਤ ਜੀ ਮਹਾਰਾਜ ਕਦੀ ਕਦੀ ਇਸ਼ਾਰਾ ਵੀ ਕਰ ਦਿੰਦੇ, ਦਰਿਆ ਚੱਲਦੇ ਭਲੇ ਅਤੇ ਫਕੀਰ ਰਮਤੇ ਭਲੇ। ਪਰ ਹੁਣ ਸੰਤਾਂ ਦਾ ਚਿੱਤ ਡਾਢਾ ਉਪਰਾਮ ਹੋ ਗਿਆ ਅਤੇ ਪੰਜਾ ਸਾਹਿਬ ਦੇ ਦਰਸ਼ਨ ਦਾ ਪੁਰਾਣਾ ਸੰਕਲਪ ਜਾਗ ਉੱਠਿਆ। ਉਹਨਾਂ ਨੇ ਠਾਣ ਲਿਆ ਕਿ ਆਪਣੇ ਮਿੱਤਰ ਦਾ ਪਾਠ ਸੰਪੂਰਨ ਹੁੰਦਿਆਂ ਹੀ ਪੰਜਾ ਸਾਹਿਬ ਪੁੱਜ ਕੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਧੂੜ ਮਸਤਕ ਤੇ ਲਾਉਣੀ ਹੈ ਅਤੇ ਪੰਜੇ ਸਾਹਿਬ ਦੇ ਨਿਰਮਲ ਜਲ ਵਿੱਚ ਇਸ਼ਨਾਨ ਕਰਕੇ ਤਨ ਮਨ ਠੰਡਾ ਕਰਨਾ ਹੈ। ਸ਼ਾਹ ਦੀ ਢੇਰੀ ਸੱਚੇ ਪਾਤਸ਼ਾਹ ਦੇ ਕਮਰੇ ਨੂੰ, ਜਿਸ ਵਿੱਚ ਸੰਤ ਜੀ ਵਿਰਾਜਦੇ ਸਨ, 2 ਬੂਹੇ ਸਨ। ਇੱਕ ਵੱਡਾ ਦਰਵਾਜ਼ਾ ਜੋ ਵਿਹੜੇ ਵਿੱਚ ਖੁੱਲ੍ਹਦਾ ਸੀ ਅਤੇ ਇੱਕ ਛੋਟੀ ਮੋਰੀ ਜੋ ਬਾਹਰ ਵੱਲ ਨਿਕਲਦੀ ਸੀ। ਆਪਣੇ ਮਿੱਤਰ ਦੇ ਦੁਸਹਿਰੇ ਤੇ ਜੱਗ ਵਾਲੀ ਰਾਤ ਸੰਤ ਚੁੱਪ ਚਪੀਤੇ ਹੀ 2 ਵਜੇ ਪਿਛਲੀ ਮੋਰੀ ਥਾਣੀ ਬਾਹਰ ਹੋ ਗਏ ਅਤੇ ਸਿੱਧੇ ਪੰਜਾ ਸਾਹਿਬ ਅੱਪੜ ਗਏ। ਹਿਰਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਦੀ ਤਸਵੀਰ ਬੱਝ ਗਈ ਅਤੇ ਮੁਖ ਤੋਂ ਧੰਨ ਗੁਰੂ ਨਾਨਕ, ਧੰਨ ਭਾਈ ਮਰਦਾਨਾ ਆਪਣੇ ਆਪ ਹੀ ਨਿਕਲਣ ਲੱਗ ਪਿਆ। ਸ਼੍ਰੀ ਪੰਜਾ ਸਾਹਿਬ ਵਿੱਚ ਅੱਗੇ ਹੀ ਸੰਗਤਾਂ ਦੀ ਗਹਿਮਾ ਗਹਿਮੀ ਲੱਗੀ ਹੋਈ ਸੀ। ਸਰਬੱਤ ਮਾਈ ਭਾਈ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਧੁਨ ਉਠਾ ਰਹੀ ਸੀ ਅਤੇ ਅੰਮ੍ਰਿਤ ਕੁੰਡ ਵਿੱਚ ਆਪਣਾ ਤਨ ਮਨ ਸੀਤਲ ਕਰ ਰਹੇ ਸਨ। ਕਈ ਪ੍ਰੇਮੀ ਸਤਿਗੁਰ ਦੇ ਪੰਜੇ ਦੇ ਸਾਹਮਣੇ ਜਾ ਕੇ ਬੜੀ ਸ਼ਰਧਾ ਅਤੇ ਪ੍ਰੇਮ ਸਹਿਤ
ਅੰਮ੍ਰਿਤ ਲੈ ਰਹੇ ਸਨ। ਇਹ ਨਜ਼ਾਰਾ ਦੇਖ ਕੇ ਸੰਤ ਜੀ ਮਹਾਰਾਜ ਦਾ ਮਨ ਹੋਰ ਵੀ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਲਿਪਟ ਗਿਆ ਅਤੇ ਇੱਕ ਵਿਸਮਾਦ ਦੀ ਰੰਗਣ ਵਿੱਚ ਰੰਗਿਆ ਗਿਆ। ਕੁਝ ਸਮਾਂ ਇਸ ਰੰਗ ਵਿੱਚ ਬੀਤਿਆ, ਫਿਰ ਅੰਮ੍ਰਿਤ ਕੁੰਡ ਦੀ ਸ਼ੋਭਾ, ਜਿਸ ਦੇ ਹੇਠਲੇ ਪੱਥਰ ਅਤੇ ਮੱਛੀਆਂ ਇੱਕ ਇੱਕ ਕਰਕੇ ਨਜ਼ਰ ਆ ਰਹੀਆਂ ਸਨ, ਨੇ ਮਨ ਨੂੰ ਖਿੱਚਿਆ। ਦਸਤਾਰ, ਪਰਨਾ ਅਤੇ ਭੂਰੀ ਕੰਢੇ 'ਤੇ ਰੱਖਦੇ ਬੜੇ ਅਦਬ ਨਾਲ ਵਿੱਚ ਉਤਰੇ ਅਤੇ ਅੰਮ੍ਰਿਤ ਜਲ ਵਿੱਚ ਟੁੱਬੇ ਲਾਏ। ਤਨ ਮਨ ਵਿੱਚ ਠੰਡ ਪਈ। ਫਿਰ ਦਰਬਾਰ ਸਾਹਿਬ ਦੇ ਬਾਹਰ ਇੱਕ ਗੁੱਠੇ ਬੈਠ ਕੇ ਨਾਮ ਸਿਮਰਨ ਵਿੱਚ ਜੁਟ ਪਏ। ਥੋੜ੍ਹੇ ਚਿਰ ਮਗਰੋਂ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਆਰੰਭ ਹੋ ਪਿਆ। ਇਸ ਨੇ ਹੋਰ ਵੀ ਸੰਤ ਜੀ ਨੂੰ ਰਸ ਵਿੱਚ ਮਗਨ ਕਰ ਦਿੱਤਾ। ਦਿਨ ਚੜ੍ਹੇ ਕੀਰਤਨ ਦਾ ਭੋਗ ਪਿਆ ਅਤੇ ਅਰਦਾਸੇ ਮਗਰੋਂ ਸੰਤ ਜੀ ਲੰਗਰ ਵਿੱਚੋਂ ਜਲ ਪਾਣੀ ਛਕ ਕੇ ਵਲੀ ਕੰਧਾਰੀ ਦੇ ਅਸਥਾਨ ਵੱਲ ਤੁਰ ਪਏ। ਇਸ ਬਿਖੜੀ ਘਾਟੀ ਦੇ ਚੜ੍ਹਦੇ ਚੜ੍ਹਦੇ ਕਦਮ ਕਦਮ 'ਤੇ ਧੰਨ ਭਾਈ ਮਰਦਾਨਾ ਮੁੱਖੋਂ ਆਪਣੇ ਆਪ ਪਿਆ ਨਿਕਲਦਾ ਸੀ। ਵਾਹ ਵਾਹ ਭਾਈ ਮਰਦਾਨਾ, ਇੰਨਾ ਧਿਆਇਆ ਹੁੰਦਿਆਂ ਹੋਇਆਂ ਵੀ ਸੱਚੇ ਪਾਤਸ਼ਾਹ ਦਾ ਹੁਕਮ ਮੰਨਿਆ ਅਤੇ 3 ਵਾਰੀ ਮਾਨ ਦੇ ਭਰੇ ਹੰਕਾਰੀ ਵਲੀ ਕੰਧਾਰੀ ਦੇ ਕਬੋਲ ਸਹੇ। ਵਿਚਾਰੇ ਮਰਦਾਨੇ ਦੀ ਕੀ ਤਾਕਤ ਸੀ। ਇਹ ਤਾਂ ਚੋਜੀ ਸਤਿਗੁਰੂ ਜੀ ਦੀ ਆਪਣੀ ਖੇਡ ਸੀ, ਜਿਨ੍ਹਾਂ ਨੇ ਹੰਕਾਰੀ ਫਕੀਰ ਦਾ ਦਾਰੂ ਕਰਨ ਲਈ ਭਾਈ ਮਰਦਾਨੇ ਨੂੰ ਇਹ ਤਾਕਤ ਬਖਸ਼ੀ। ਜਦ ਸੰਤ ਜੀ ਮਹਾਰਾਜ ਤੁਰ ਪਹਾੜੀ ਦੀ ਟੀਸੀ 'ਤੇ ਚੜ੍ਹੇ, ਤਦ ਵਲੀ ਕੰਧਾਰੀ ਦਾ ਉਸ ਵੇਲੇ ਦਾ ਨਕਸ਼ਾ ਸਾਹਮਣੇ ਆ ਗਿਆ। ਖਿਚਵਾਂ ਚਿਹਰਾ, ਕ੍ਰੋਧ ਭਰੇ ਨੈਣ, ਗੁੱਸੇ ਨਾਲ ਕੰਬਦਾ ਸਰੀਰ, ਮਾਨ ਦਾ ਮੱਤਾ ਹੋਇਆ ਫਕੀਰ ਸਤਿਗੁਰੂ ਨਾਨਕ ਦੇਵ ਜੀ ਉੱਤੇ ਪਹਾੜ ਦਾ ਪਹਾੜ ਰੇੜ ਰਿਹਾ ਹੈ। ਰਿੱਧੀ ਸਿੱਧੀ ਵਿੱਚ ਭੁੱਲਿਆ ਹੋਇਆ ਨਹੀਂ ਜਾਣਦਾ ਕਿ ਆਪ ਖੁਦਾ ਨਾਨਕ ਨਿਰੰਕਾਰੀ ਨਾਮ ਧਰਾ ਕੇ ਇਸ ਦੇ ਭਾਗਾਂ ਨੂੰ ਇੱਥੇ ਪਹੁੰਚਿਆ ਹੈ ਅਤੇ ਇਸ ਦਾ ਰੋਗ ਦੂਰ ਕਰਕੇ ਇਸ ਨੂੰ ਅਸਲ ਫਕੀਰੀ ਦੀ ਸੂਝ ਕਰਾਉਣ ਆਇਆ ਹੈ। ਹੁਣ ਸੰਤ ਜੀ ਮਹਾਰਾਜ ਦੀ ਨਿਗਾਹ ਪੰਜੇ ਵੱਲ ਪਈ। ਹੇਠਾਂ ਸਤਿਗੁਰੂ ਜੀ ਦੀ ਤੇਜਸਵੀ ਤੇ ਸੁੰਦਰ ਮਨਮੋਹਣੀ ਸੂਰਤ ਨਜ਼ਰ ਆਈ। ਪਹਾੜ ਦਾ ਟੁਕੜਾ ਬਿਜਲੀ ਦੀ ਤੇਜ਼ੀ ਨਾਲ ਆ ਰਿਹਾ ਹੈ। ਸਤਿਗੁਰੂ ਜੀ ਨੇ ਸੱਜਾ ਪੰਜਾ ਖੜਾ ਕੀਤਾ ਹੈ। ਛੂੰਹਦੇ ਸਾਰ ਹੀ ਪੱਥਰ ਮੋਮ ਹੋ ਗਿਆ ਅਤੇ ਨਾਲ ਹੀ ਨਾਲ ਵਲੀ ਕੰਧਾਰੀ ਦੇ ਕੁੰਡ ਸਾਰਾ ਦਾ ਸਾਰਾ ਪਾਣੀ ਹੇਠਾਂ ਵਹਿ ਤੁਰਿਆ ਅਤੇ ਵਿਚਾਰਾਂ ਵਲੀ ਕੰਧਾਰੀ ਵਲੀ ਦੀ ਥਾਂ ਫੂਕ ਨਿਕਲੀ ਖਲ ਵਾਂਗਣ ਨਿਰਾਸਤਾ ਦਾ ਅਵਤਾਰ ਉੱਪਰ ਖਲੋਤਾ ਨਜ਼ਰ ਆਉਂਦਾ ਹੈ। ਇਹ ਅਦੁੱਤੀ ਅੰਤਰਮੁਖੀ ਦਰਸ਼ਨ ਦੇਖ ਕੇ ਸੰਤ ਜੀ ਮਹਾਰਾਜ ਧੰਨ ਗੁਰੂ ਨਾਨਕ ਦੀ ਧੁਨੀ ਵਿੱਚ ਅਲਮਸਤ ਹੋ ਗਏ। ਪਹਾੜੀ ਦੇ ਇੱਕ ਪਾਸੇ ਵੱਲ ਇਕਾਂਤ ਬੈਠ ਗਏ ਅਤੇ ਕਿੰਨਾ ਚਿਰ ਹੀ ਸਤਿਗੁਰੂ ਜੀ ਦੇ ਬੇਅੰਤ ਗੁਣਾਂ ਵਿੱਚ ਲੀਨ ਟਿਕੇ ਰਹੇ। ਸ਼ਾਮ ਦੇ ਵਕਤ ਹੇਠਾਂ ਆ ਕੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਅਤੇ ਰਾਤ ਦੇ ਵਕਤ ਬਿਰਾਜ ਕੇ ਦੂਜੇ ਦਿਹਾੜੇ ਸਾਰਾ ਦਿਨ ਪੰਜਾ ਸਾਹਿਬ ਆਨੰਦ ਲਿਆ ਅਤੇ ਸ਼ਾਮ ਦੇ ਵਕਤ ਮਾਨ ਸਰੋਵਰ ਵੱਲ ਟੁਰ ਪਏ। ਅਗਲੀ ਸੰਤ ਜੀ ਦੀ ਜੀਵਨੀ ਦਾ ਅਗਲਾ ਭਾਗ ਅਗਲੀ ਵੀਡੀਓ ਵਿੱਚ ਦੇਖਾਂਗੇ। ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਸੰਤ ਜੀ ਦੀ ਜੀਵਨੀ ਦੇ ਨਾਲ ਜੁੜ ਸਕੋ ਅਤੇ ਇਸ ਨੂੰ ਵਿਚਾਰ ਸਕੋ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਧੰਨਵਾਦ।